ਵਿੱਕੀ ਡੋਗਰਾ ਫਿਰ ਇਸ ਮੰਚ ਦੇ ਉੱਪਰ ਹਾਜ਼ਰ, ਕਿਉਂਕਿ ਇਹ ਮੰਚ ਤੁਹਾਡਾ ਪਰਿਵਾਰਿਕ ਹੈ। ਮੈਂ ਹਰ ਵਾਰੀ ਕਹਿੰਦਾ ਹੁੰਦਾ, ਹੁਣ ਆਦਤ ਪੈ ਗਈ ਹੋਣੀ ਤੁਹਾਨੂੰ ਵੀ ਸੁਣਨ ਦੀ, ਕਿਉਂਕਿ ਜਿਹੜੇ ਰੋਜ਼ ਕਹਿੰਦੇ ਆ ਨਾ, ਹਰ ਰੋਜ਼ ਜਿਹੜੀ ਗੱਲ ਸੁਣਨ ਨੂੰ ਮਿਲਦੀ ਉਹਦੀ ਆਦਤ ਪੈ ਜਾਂਦੀ ਹੁੰਦੀ, ਔਰ ਸਾਨੂੰ ਵੀ ਆਦਤ ਪਈ ਹੋਈ ਹੈ ਤੁਹਾਡੇ ਰੂਬਰੂ ਹੋਣ ਦੀ ਔਰ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਅਵੇਅਰ ਕਰਨ ਦੀ, ਕਿਉਂਕਿ ਸਾਡੇ ਸ਼ੋਅ ਦਾ ਮਕਸਦ ਇਹ ਹੁੰਦਾ ਹੈ ਕਿ ਤੁਹਾਨੂੰ ਸੱਚੀ ਜਿਹੜੀ ਸਲਾਹ ਹੈ ਉਹ ਦਿੱਤੀ ਜਾਵੇ। ਉਸ ਤੋਂ ਬਾਅਦ ਜਿਹੜਾ ਜਿਹਾ ਤੁਸੀਂ ਆਪਣੇ ਬੱਚੇ ਦਾ ਭਵਿੱਖ ਉੱਥੇ ਜਿਹੜੀ ਵੀ ਕੰਟਰੀ ਲਈ ਉਹ ਐਲੀਜੀਬਲ ਹੈ ਉੱਥੇ ਤੁਸੀਂ ਜਾ ਕੇ ਬਣਾ ਸਕੋ। ਅੱਜ ਅਸੀਂ ਇੱਕ ਵਾਰ ਫਿਰ ਤੋਂ ਸੱਦਾ ਦਿੱਤਾ ਜੀ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਨੂੰ। ਆਪਾਂ ਨਾਲ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਤੁਹਾਨੂੰ ਹੋਰ ਇੱਕ ਸ਼ਖਸ ਦੇ ਨਾਲ ਮਿਲਾਵਾਂਗੇ ਜੋ ਕਿ ਸ਼ੋਅ ਦੇ ਵੀ ਸਾਡੇ ਨਾਲ ਜੁੜਨ ਜਾ ਰਹੇ ਨੇ। ਸਭ ਤੋਂ ਪਹਿਲੇ ਡਾਕਟਰ ਰਵੀ ਗਰਗ ਦਾ ਸਵਾਗਤ ਕਰਦੇ ਹਾਂ। ਸਰ ਸਵਾਗਤ ਹੈ ਜੀ ਬਹੁਤ ਬਹੁਤ। ਵਿੱਕੀ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਦੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਸ ਸ਼ੋਅ ਦੇ ਵਿੱਚ ਅੱਜ ਇੱਕ ਖਾਸ ਮਹਿਮਾਨ ਸਾਡੇ ਨਾਲ ਜੁੜਨ ਜਾ ਰਹੇ ਨੇ ਜਿਨ੍ਹਾਂ ਦਾ ਨਾਮ ਹੈਗਾ ਜਸਪ੍ਰੀਤ ਸਿੰਘ, ਔਰ ਉਹ ਹੈਗੇ ਨੇ ਸੁਧਾਰ ਤੋਂ, ਬਿਲੋਂਗ ਕਰਦੇ ਨੇ ਜ਼ਿਲ੍ਹਾ ਲੁਧਿਆਣਾ ਤੋਂ। ਇਹ ਅਸੀਂ ਇਸ ਕਰਕੇ ਇਹਨਾਂ ਨੂੰ ਅੱਜ ਬੁਲਾਇਆ ਹੈ ਕਿਉਂਕਿ ਵੈਸੇ ਤਾਂ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਦੇਖਦੇ ਹੋਣੇ, ਵੈਸੇ ਆਪਾਂ ਕਿਸੇ ਨੂੰ ਉਹ ਨਹੀਂ ਕਹਿ ਰਹੇ ਕਿ ਕੋਈ ਵੀ ਦੇਖਦੇ ਹੋਣੇ। ਬੇਸਿਕਲੀ ਹੁੰਦਾ ਕਿਆ ਹੈ ਕਿ ਜਿਸ ਦਾ ਵੀਜ਼ਾ ਆ ਜਾਂਦਾ ਹੈ, ਅੱਜ ਕੱਲ੍ਹ ਇਹ ਟ੍ਰੈਂਡ ਚੱਲ ਰਿਹਾ ਕਿ ਉਹ ਆਪਣਾ ਕੰਸਲਟੈਂਟ ਜਿਹੜਾ ਉਸ ਬੱਚੇ ਦੀ ਵੀਡੀਓ ਬਣਾਉਂਦਾ ਤੇ ਪਾਸਪੋਰਟ ਦਾ ਸਾਹਮਣੇ ਰੱਖ ਕੇ ਖੜਾ ਹੁੰਦਾ ਬੱਚਾ। ਉਹ ਕਹਿੰਦਾ ਕਿ ਮੈਂ ਇਸ ਕੰਸਲਟੈਂਟ ਕੋਲ ਇੱਥੇ ਆਇਆ ਸੀਗਾ, ਇੱਦਾਂ ਅਪਲਾਈ ਕੀਤਾ ਸੀਗਾ, ਮੇਰਾ ਵੀਜ਼ਾ ਆ ਗਿਆ। ਲੇਕਿਨ ਅੱਜ ਅਸੀਂ ਥੋੜ੍ਹਾ ਜਿਹਾ ਹਟ ਕੇ, ਮਤਲਬ ਉਸ ਚੀਜ਼ ਤੋਂ ਥੋੜ੍ਹਾ ਜਿਹਾ ਹਟ ਕੇ ਅੱਜ ਅਸੀਂ ਬੱਚੇ ਨੂੰ ਹੀ ਇੱਥੇ ਸਟੂਡੀਓ ਬੁਲਾ ਲਿਆ ਔਰ ਉਸ ਤੋਂ ਬੱਚੇ ਤੋਂ ਪੁੱਛਾਂਗੇ ਆਪਾਂ ਕਿ ਉਹਦਾ ਜਿਹੜਾ ਸਫ਼ਰ ਸੀਗਾ ਉਹ ਇੱਥੇ ਤੱਕ ਪਹੁੰਚਣ ਤੱਕ, ਪਾਇਨੀਅਰ ਇਮੀਗ੍ਰੇਸ਼ਨ ਦੇ ਪਹੁੰਚਣ ਤੱਕ ਕਿੱਦਾਂ ਦਾ ਰਿਹਾ, ਵੀਜ਼ਾ ਆਉਣ 'ਚ ਕਿੰਨਾ ਟਾਈਮ ਲੱਗਿਆ, ਸਟੱਡੀ ਕੀ ਸੀਗੀ, ਸਾਰੀਆਂ ਚੀਜ਼ਾਂ ਆਪਾਂ ਗੱਲਬਾਤ ਜਿਹੜੀ ਡਿਟੇਲ 'ਚ ਇੱਥੇ ਡਿਸਕਸ ਕਰਨੀ ਹੈ। ਤੇ ਸਭ ਤੋਂ ਪਹਿਲਾਂ ਆਪਾਂ ਜਸਪ੍ਰੀਤ ਦਾ ਸਵਾਗਤ ਕਰਦੇ ਹਾਂ। ਜਸਪ੍ਰੀਤ ਵੈਲਕਮ ਹੈ ਜੀ ਬਹੁਤ ਬਹੁਤ। ਥੈਂਕ ਯੂ ਸਰ, ਮੈਨੂੰ ਆਪਦੇ ਸ਼ੋਅ ਤੇ ਬੁਲਾਉਣ ਲਈ। ਤੇ ਅੱਜ ਮੈਂ ਆਪਦੇ ਨਾਲ ਹੱਡ ਬੀਤੀ ਜੋ ਮੇਰੀ ਨਾਲ ਹੋਈ ਹੈ 2 ਰਿਫਿਊਜ਼ਲ 4 ਰਿਫਿਊਜ਼ਲ ਤੋਂ ਬਾਅਦ, ਤੇ ਜਿਹੜਾ ਮੇਰਾ ਵੀਜ਼ਾ ਲੱਗਾ ਡਾਕਟਰ ਰਵੀ ਗਰਗ ਸਰ ਤੋਂ, ਤੇ ਅੱਜ ਮੈਂ ਦੱਸਾਂਗਾ ਕਿ ਮੈਂ ਕਿੰਨਾ ਖੁਸ਼ਕਿਸਮਤ ਸੀਗਾ ਇਹਨਾਂ ਕੋਲ ਆਉਣ ਤੋਂ ਬਾਅਦ ਜੀ। ਡਾਕਟਰ ਰਵੀ ਗਰਗ, ਵੈਸੇ ਤਾਂ ਮੈਂ ਛੋਟੀ ਜਿਹੀ ਗੱਲ ਤੁਹਾਡੇ ਤੋਂ ਪੁੱਛਣੀ ਹੈ, ਜ਼ਿਆਦਾ ਸਮਾਂ ਮਤਲਬ ਮੈਂ ਨਹੀਂ ਲਵਾਂਗਾ ਤੁਹਾਡੇ ਤੋਂ, ਕਿਉਂਕਿ ਇੱਕ ਨਾ ਬੇਸਿਕਲੀ ਹੁੰਦਾ ਕਿਆ, CICC ਮੈਂਬਰ ਹੋਣਾ ਆਪ ਦੇ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਹੈ। ਮੈਂ ਇਹ ਕਹਿੰਦਾ ਕਿ ਜਿਸ ਵੀ ਬੱਚੇ ਨੇ ਕੈਨੇਡਾ ਅਪਲਾਈ ਕਰਨਾ ਹੈ ਸਟੂਡੈਂਟ ਵੀਜ਼ਾ, ਤਾਂ ਉਹ ਪਹਿਲੇ ਇਹ ਧਿਆਨ 'ਚ ਰੱਖ ਲਵੇ ਕਿ ਜਿਸ ਕੰਸਲਟੈਂਟ ਕੋਲ ਉਹ ਜਾ ਰਿਹਾ ਹੈ ਉਹ CICC ਮੈਂਬਰ ਹੈ ਕਿ ਨਹੀਂ ਹੈ। ਤੁਸੀਂ ਥੋੜ੍ਹੀ ਜਿਹੀ ਸੰਖੇਪ ਦੇ ਵਿੱਚ, ਮੈਂ ਕਹਾਂਗਾ ਕਿ 10-15 ਸੈਕਿੰਡ ਦੇ ਵਿੱਚ ਦੱਸ ਦਿਓ ਕਿ ਬੇਸਿਕਲੀ ਇਹਦੀ ਮਾਨਤਾ ਕਿਆ ਹੈ, ਇਹ ਹੁੰਦਾ ਕਿਆ ਬੇਸਿਕਲੀ, ਇਹ ਮੈਂਬਰ ਹੋਣਾ ਕਿੱਡੀ ਵੱਡੀ ਗੱਲ ਹੈ ਜੀ। ਮੈਂ ਉਹੀ ਜਿਹੜਾ ਜਸਪ੍ਰੀਤ ਦੀ 2 ਵਾਰੀ USA ਤੋਂ ਨਾਸਾ ਟੂਰ ਵਾਸਤੇ ਸਕੂਲ ਟਾਈਮ ਤੇ ਇਹਨਾਂ ਨੇ ਅਪਲਾਈ ਕੀਤਾ ਹੋਣਾ। ਪਹਿਲਾਂ ਇੱਕ ਵਾਰੀ ਰਿਫਿਊਜ਼ ਹੋਇਆ, ਫਿਰ ਅਪਲਾਈ ਕੀਤਾ, ਦੂਜੀ ਵਾਰ ਰਿਫਿਊਜ਼ ਹੋਇਆ, ਫਿਰ ਕੈਨੇਡਾ ਦਾ ਅਪਲਾਈ ਕੀਤਾ ਸਟੱਡੀ ਵੀਜ਼ਾ ਵਾਸਤੇ, ਰਿਫਿਊਜ਼ ਹੋਇਆ, ਫਿਰ ਦੁਬਾਰਾ ਕਿਸੇ ਕੰਸਲਟੈਂਟ ਤੋਂ ਅਪਲਾਈ ਕੀਤਾ, ਫਿਰ ਰਿਫਿਊਜ਼ ਹੋਇਆ। 4 ਰਿਫਿਊਜ਼ਲ ਤੋਂ ਬਾਅਦ ਇਹ ਸਾਡੇ ਕੋਲੇ ਆਏ ਸੀਗੇ ਔਰ ਅਸੀਂ ਪਹਿਲੀ ਵਾਰੀ ਜਦੋਂ ਲਗਾਇਆ, ਪਹਿਲੀ ਵਾਰੀ ਦੇ ਵਿੱਚ ਹੀ ਉਹਨਾਂ ਦਾ ਵੀਜ਼ਾ ਆ ਗਿਆ। ਇਹ ਸਾਡੇ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ। ਮੈਂ ਇੱਕ ਵਾਰੀ ਕਿਤੇ ਮੈਸੇਜ ਕੋਈ ਲਿਖਦਾ ਪਿਆ ਸੀ ਇਸ ਤਰ੍ਹਾਂ ਵੀ ਸਾਡੇ ਵਾਸਤੇ ਤਾਂ ਰੂਟੀਨ ਹੈਗਾ ਇਹ, ਲੇਕਿਨ ਅਗਲੇ ਦੇ ਵਾਸਤੇ ਜਿਨ੍ਹਾਂ ਨੂੰ ਅਸੀਂ ਵੀਜ਼ਾ ਲੈ ਕੇ ਦਿੰਦੇ ਹਾਂ ਉਹ ਇੱਕ ਜ਼ਿੰਦਗੀ ਬਦਲਣ ਵਾਲਾ ਤਜਰਬਾ, ਜ਼ਿੰਦਗੀ ਬਦਲਣ ਵਾਲਾ ਮੈਟਰ ਹੈਗਾ। ਔਰ ਸਾਡੇ ਵਾਸਤੇ ਖੁਸ਼ਕਿਸਮਤੀ ਕਿ ਇਹੋ ਜਿਹੇ ਬੱਚਿਆਂ ਦੇ, ਜਸਪ੍ਰੀਤ ਨਾਲ ਆਪਾਂ ਹੋਰ ਡਿਟੇਲ ਦੇ ਵਿੱਚ ਗੱਲ ਕਰਾਂਗੇ, ਲੇਕਿਨ ਇਹ ਜਿਹੜੇ ਬੱਚਿਆਂ ਦੀ ਜ਼ਿੰਦਗੀ ਨੂੰ ਬਦਲਣ ਦੇ ਵਿੱਚ ਸਹਿਯੋਗ ਔਰ ਕੇਅਰ ਕਰਨਾ, ਸਪੋਰਟ ਕਰ ਪਾਉਣਾ ਔਰ ਇਹਨਾਂ ਦੀ ਖੁਸ਼ੀਆਂ ਨੂੰ ਸੱਚ ਸਾਬਤ ਕਰ ਦੇਣਾ, ਇਹਨਾਂ ਦੇ ਡ੍ਰੀਮਸ ਕਮ ਟਰੂ ਦਾ ਮਤਲਬ ਇਹ ਕਿ ਸੁਪਨਿਆਂ ਨੂੰ ਸਾਕਾਰ ਕਰਨ ਦਾ ਜਿਹੜਾ ਖਾਸ ਇੱਕ ਗੱਲ ਹੈਗੀ, ਖੁਸ਼ਕਿਸਮਤੀ ਸਾਡੀ ਹੈਗੀ ਹੈ। ਉਸ ਦੇ ਪਿੱਛੇ ਵੀ ਇੱਕ ਬੜੀ ਵੱਡੀ ਜਿਹੜੀ ਮੈਨੂੰ ਅੱਜ ਯਾਦ ਆ ਰਿਹਾ ਹੈਗਾ ਕਿ 2006 ਦੇ ਵਿੱਚ ਮੈਂ ਕੈਨੇਡਾ ਜਦੋਂ ਗਿਆ ਸੀਗਾ ਤੇ ਮੈਂ ਇਮੀਗ੍ਰੇਸ਼ਨ ਲਾ ਕਾਲਜ ਵਿੱਚ ਪੜ੍ਹਨ ਲੱਗ ਗਿਆ ਔਰ ਉੱਥੇ ਜਾ ਕੇ ਫਿਰ ਮੈਂ ਉਦੋਂ CSIC ਹੁੰਦੀ, CSIC ਕੈਨੇਡੀਅਨ ਸੁਸਾਇਟੀ ਆਫ ਇਮੀਗ੍ਰੇਸ਼ਨ ਕੰਸਲਟੈਂਟਸ, ਉਸ ਦੇ ਮੈਂਬਰ ਬਣਨ ਵਾਸਤੇ ਸਾਨੂੰ ਜਿਹੜਾ ਇਮੀਗ੍ਰੇਸ਼ਨ ਲਾ ਪਾਸ ਕਰਨਾ ਸੀ, ਉਸ ਦੇ ਵਿੱਚ IRPA ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਪੜ੍ਹਦੇ ਹਾਂ, IRPR ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ ਪੜ੍ਹਦੇ ਹੈਗੇ ਆ, ਔਰ IELTS ਦੇ 7 ਈਚ ਬੈਂਡ ਉਸ ਵਕਤ ਜ਼ਰੂਰਤ ਹੁੰਦੀ ਸੀ, ਅਕੈਡਮਿਕ ਦੇ ਵਿੱਚ ਹੁਣ ਹੋਰ ਵੀ ਜ਼ਿਆਦਾ ਵੱਧ ਕੇ ਰਿਕੁਆਇਰਮੈਂਟ ਹੋ ਗਈ ਹੈ। ਔਰ ਉਸ ਤੋਂ ਬਾਅਦ ਮੈਂਬਰਸ਼ਿਪ ਜਿਹੜਾ ਹੈ, ਐਗਜ਼ਾਮ ਜਿਹੜਾ CSIC ਦਾ ਜਿਹੜਾ ਹੈ ਮੈਂਬਰਸ਼ਿਪ, ਜਿਹੜੀ ਰੈਗੂਲੇਟਿੰਗ ਬੋਡੀ ਕੈਨੇਡੀਅਨ ਅੰਬੈਸੀ, ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬੋਡੀ ਹੈਗੀ ਹੈ ਜਿਹੜੀ, ਪਹਿਲਾਂ CSIC ਹੁੰਦੀ ਸੀ, ਫਿਰ ICCRC ਹੋਈ, ਹੁਣ ਉਸ ਦਾ ਨਾਮ ਬਦਲ ਕੇ CICC ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਇਹ ਰੱਖ ਦਿੱਤਾ ਗਿਆ, ਜਿਹੜੀ ਸਾਨੂੰ ਰੈਗੂਲੇਟ ਕਰਦੀ ਹੈ, ਜਿਸ ਦੇ ਮੈਂਬਰ ਹੀ ਲੀਗਲੀ ਆਥੋਰਾਈਜ਼ ਨੇ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਤੋਂ। ਕੈਨੇਡਾ ਅੰਬੈਸੀ ਦੀ ਵੈਬਸਾਈਟ cic.gc.ca ਤੇ ਜਿਹੜੇ ਲੀਗਲੀ ਆਥੋਰਾਈਜ਼ਡ CICC ਮੈਂਬਰਸ ਉਹਨਾਂ ਦਾ ਨਾਮ ਦੇਖ ਸਕਦੇ ਹਾਂ। ਔਰ ਇੱਕ IMM 5476 ਫਾਰਮ, ਆਥੋਰਾਈਜੇਸ਼ਨ ਆਫ ਰਿਪਰੈਜ਼ੈਂਟੇਟਿਵ, ਇਹ ਫਾਰਮ ਜਦੋਂ ਤੁਸੀਂ ਡਾਊਨਲੋਡ ਜਿਹੜਾ ਗੂਗਲ ਤੇ ਲਿਖ ਕੇ ਡਾਊਨਲੋਡ ਕਰੋਗੇ, ਉਸ ਦੇ ਵਿੱਚ ਵੀ ਲਿਖਿਆ ਕਿ ਤੁਹਾਡੇ ਕੰਸਲਟੈਂਟ ਦਾ CICC ਮੈਂਬਰਸ਼ਿਪ ਨੰਬਰ ਕਿੰਨਾ ਹੈਗਾ। ਸੋ ਇਹ ਜਿਹੜਾ ਹੈ
ਲੀਗਲ ਆਥੋਰਾਈਜੇਸ਼ਨਸ, ਇਹ ਸਾਰਾ ਕੁਝ ਕਰਕੇ ਤੇ ਉਹ ਕੈਨੇਡਾ ਗਵਰਨਮੈਂਟ, ਕੈਨੇਡਾ ਐਮਬੈਸੀ ਔਰ CICC ਸਾਡੀ ਰੈਗੂਲੇਟਿੰਗ ਬੋਡੀ ਸਾਨੂੰ ਲੇਟੈਸਟ ਰੂਲਸ ਐਂਡ ਰੈਗੂਲੇਸ਼ਨਸ ਤੋਂ ਅਪਡੇਟਡ ਰੱਖੀਆਂ ਨੇ, ਜਿਸ ਦੇ ਕਰਕੇ ਅਸੀਂ ਇਹਨਾਂ ਦੇ ਪ੍ਰੋਪਰ ਫਾਈਲ ਬਣਾ ਕੇ ਪ੍ਰੋਪਰ ਕਾਲਜ ਦੇ ਵਿੱਚ ਪ੍ਰੋਪਰ ਕੋਰਸ ਰੈਲੇਵੈਂਟ ਸਾਰਾ ਧਿਆਨ ਦੇ ਕੇ ਵਧੀਆ ਕੰਮ ਕਰਕੇ ਵੀਜ਼ਾ ਲੈ ਕੇ ਦੇਣ ਦੇ ਕਾਬਲ ਬਣਦੇ ਆ। ਰੱਬ ਦਾ ਸ਼ੁਕਰ ਹੈ। ਔਰ ਜਸਪ੍ਰੀਤ ਦਾ ਵੀ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਇਹਨਾਂ ਦੀ ਫੈਮਿਲੀ ਇਹ ਕਹਿ ਰਿਹਾ ਸੀਗਾ, ਮੈਂ ਕਿਹਾ ਸਾਨੂੰ ਕਿੱਦਾਂ ਚੁਣਿਆ, ਤੇ ਦੱਸ ਰਿਹਾ ਸੀਗਾ ਕਿ ਦੱਸਣਗੇ ਆਪਣੇ ਮੂੰਹ ਮੇਰੀ ਮਦਦ ਜਿਹੜੇ ਫੋਨ ਤੇ ਦੇਖ ਦੇਖੋ ਟੈਕਨੋਲੋਜੀ ਦਾ ਕਿੱਥੇ ਕਿਸੇ ਟਾਈਮ ਮੈਨੂੰ ਯਾਦ ਹੈ 2000 ਤੋਂ ਪਹਿਲਾਂ ਕੰਪਿਊਟਰ ਨਹੀਂ ਹੁੰਦੇ ਸੀ, ਫੋਨ ਜਿਹੜੇ ਬਹੁਤ ਵੱਡੀ ਗੱਲ ਹੁੰਦੇ ਸੀ ਤੇ ਬਟਨਾਂ ਵਾਲੇ ਹੁੰਦੇ ਸੀ, ਔਰ ਉਸ ਤੋਂ ਬਾਅਦ ਜਿਹੜੇ ਆਹ ਵਾਲੇ ਫੋਨ ਆ ਗਏ ਜਿਹੜੇ ਡਿਜੀਟਲ ਜਿਹੜੇ ਨੇ ਹੁਣ ਜਿਹੜੇ ਐਂਡਰੋਇਡ ਕਹਿ ਲਓ ਜਾਂ ਫਿਰ ਇਹਦੇ ਉੱਪਰ ਫੇਸਬੁੱਕ, ਫੋਨ ਦੇ ਉੱਪਰ ਫੇਸਬੁੱਕ ਇੰਸਟਾਗ੍ਰਾਮ ਚੱਲਦਾ ਹੈ, ਤੇ ਉਸ ਦਾ ਫਾਇਦਾ ਵੀ ਜ਼ਰੂਰ ਚੱਕੋ। ਪਾਇਨੀਅਰ ਦੇ ਫੇਸਬੁੱਕ ਇੰਸਟਾਗ੍ਰਾਮ ਪੇਜ ਔਰ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਔਰ ਜਸਪ੍ਰੀਤ ਦੀ ਮਦਰ ਨੇ ਕਿਤੇ YouTube ਚੈਨਲ YouTube ਦੇਖਦੇ ਹੋਏ ਕਿਤੇ ਪਾਇਨੀਅਰ ਦੀ ਕੋਈ ਇਸ ਤਰ੍ਹਾਂ ਦੀ ਕੋਈ ਵੀਡੀਓ ਆਈ, ਉਹਨਾਂ ਨੇ ਦੇਖੀ ਤੇ ਉਹਨਾਂ ਨੂੰ ਪਹਿਚਾਣ ਗਏ ਕਿ ਇਹ ਰੱਬ ਦੇ ਬੰਦੇ ਨੇ, ਵਧੀਆ ਕੰਪਨੀ ਹੈ, ਲੀਗਲੀ ਆਥੋਰਾਈਜ਼ਡ ਹੈ। ਉਹਨਾਂ ਨੇ ਇਹਨਾਂ ਦੇ ਫਾਦਰ ਨੂੰ ਕਿਹਾ ਕਿ ਤੁਸੀਂ ਉੱਥੇ ਜ਼ਰੂਰ ਜਾ ਕੇ ਆਓ, ਉਹ ਸਾਡੇ ਕੋਲ ਆਏ ਔਰ ਫਿਰ ਇਹਨਾਂ ਦਾ ਕੰਮ ਕੀਤਾ ਤੇ ਵੀਜ਼ਾ ਲੱਗਿਆ ਜੀ। ਬਿਲਕੁਲ, ਕਿਉਂਕਿ ਜਸਪ੍ਰੀਤ ਨਾਲ ਆਪਾਂ ਗੱਲਬਾਤ ਕਰਨੀ ਹੈ ਤੇ ਜਸਪ੍ਰੀਤ ਦੇ ਐਕਸਪੀਰੀਅੰਸ ਕਿਦਾਂ ਦੇ ਰਹੇ ਨੇ, ਜਰਨੀ ਕਿਦਾਂ ਦੀ ਰਹੀ ਹੈ। ਜਿਵੇਂ ਕਿ ਮੈਂ ਦੱਸ ਚੁੱਕਾ ਪਹਿਲੇ, 2 ਵਾਰ USA ਤੋਂ ਰਿਫਿਊਜ਼ ਹੈ, 2 ਵਾਰੀ ਕੈਨੇਡਾ ਤੋਂ ਰਿਫਿਊਜ਼ ਹੈ। ਅਸੀਂ ਇੱਥੇ ਕੰਸਲਟੈਂਟ ਦਾ ਨਾਮ ਨਹੀਂ ਲਵਾਂਗੇ ਜਿਸ ਕੰਸਲਟੈਂਟ ਤੋਂ ਰਿਫਿਊਜ਼ ਹੈ, ਲੇਕਿਨ 5ਵੀਂ ਵਾਰ ਜਿਵੇਂ ਕਿ ਡਾਕਟਰ ਰਵੀ ਗਰਗ ਨੇ ਦੱਸਿਆ ਕਿ ਇਹਨਾਂ ਦੀ ਮਦਰ ਸੀਗੇ, ਉਹਨਾਂ ਨੇ YouTube ਦੇ ਕਿਤੇ ਦੇਖਿਆ ਹੋਣਾ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨਾਲ ਕੰਟੈਕਟ ਕਰਤਾ ਔਰ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ। ਉਸ ਤੋਂ ਇਹਦੇ ਨਾਲ ਹੀ ਕੱਲ ਦੱਸਣਾ ਤੁਹਾਨੂੰ ਕਿ ਅਗਰ ਤੁਸੀਂ ਵੀ ਫੋਨ ਯੂਜ਼ ਕਰ ਰਹੇ ਹੋ ਔਰ ਹਾਲੇ ਤੱਕ ਤੁਸੀਂ ਪਾਇਨੀਅਰ ਦਾ ਫੇਸਬੁੱਕ ਜਾਂ YouTube ਜਿਹੜਾ ਜਿਹਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਜਲਦੀ ਤੋਂ ਕਰ ਲਓ। ਕਿਉਂਕਿ ਕਈ ਵਾਰੀ ਸ਼ੋਅ ਦੇ ਵਿੱਚ ਜਿਹੜਾ ਦੇਖ ਰਹੇ ਹੁੰਦੇ ਨੇ ਉਹ ਜਿਹੜੇ ਜਿਹਾ ਕਈ ਵਾਰੀ ਦੇਖਣਾ ਭੁੱਲ ਜਾਂਦੇ ਨੇ, ਯਾਰ ਅੱਧਾ ਛੱਡ ਕੇ ਚਲੇ ਗਏ, ਉੱਠ ਕੇ ਚਲੇ ਗਏ, ਕਿਸੇ ਦੀ ਕਾਲ ਆ ਗਈ, ਕੋਈ ਕੰਮ ਆ ਗਿਆ, ਉਹ ਜਾਣਕਾਰੀ ਅੱਧੀ ਅਧੂਰੀ ਰਹਿ ਗਈ। ਅਗਰ ਤੁਸੀਂ ਸ਼ੋਅ ਨੂੰ ਬਾਅਦ 'ਚ ਵੀ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ YouTube ਔਰ Facebook ਪਲੇਟਫਾਰਮ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਫਾਇਦਾ ਹੋਏਗਾ। ਹੋਰ ਵੀ ਬਹੁਤ ਸਾਰੇ ਉੱਥੇ ਵੀਡੀਓਜ਼ ਪਏ ਨੇ, ਤਾਂ ਹੋ ਸਕਦਾ ਪਤਾ ਨਹੀਂ ਕਿਹੜਾ ਵੀਡੀਓ ਤੁਹਾਡੇ ਜਿਹੜੀ ਹੈ ਉਹ ਨੌਲੇਜ ਨੂੰ ਅੱਗੇ ਵਧਾ ਸਕਦਾ ਜਾਂ ਤੁਹਾਡੇ ਬੱਚੇ ਨੂੰ ਜਿਹੜਾ ਹੈ ਬਾਹਰ ਦਾ ਰਸਤਾ ਦਿਖਾ ਸਕਦਾ ਹੈ। ਅੱਛਾ ਜਸਪ੍ਰੀਤ, ਮੈਂ ਪੁੱਛਣਾ ਚਾਹਾਂਗਾ, ਜਦੋਂ ਤੁਸੀਂ ਪਹਿਲੀ ਵਾਰ ਪਾਇਨੀਅਰ ਇਮੀਗ੍ਰੇਸ਼ਨ ਆਏ ਸੀਗੇ, ਉਸ ਤੋਂ ਪਹਿਲੇ ਦੀ ਜਰਨੀ ਕਿਵੇਂ ਸੀਗੀ? ਮੈਂ ਪੁੱਛਣਾ ਚਾਹਾਂਗਾ ਬੇਸਿਕਲੀ 4 ਜਿਹੜੀਆਂ ਰਿਫਿਊਜ਼ਲਾਂ ਨੇ ਤੁਹਾਡੀਆਂ, ਅਸੀਂ ਕੰਸਲਟੈਂਟ ਦਾ ਨਾਮ ਨਹੀਂ ਲੈਣਾ ਇੱਥੇ, ਲੇਕਿਨ ਉਹ ਜਿਹੜੀਆਂ ਰਿਫਿਊਜ਼ਲਾਂ ਸੀਗੀਆਂ, 2 USA ਤੋਂ ਤੁਸੀਂ 2 ਵਾਰੀ ਰਿਫਿਊਜ਼ ਹੋ, 2 ਵਾਰੀ ਕੈਨੇਡਾ ਤੋਂ ਰਿਫਿਊਜ਼ ਹੋ। ਹੁਣ ਜਦੋਂ 5ਵੀਂ ਵਾਰੀ ਪਾਇਨੀਅਰ ਇਮੀਗ੍ਰੇਸ਼ਨ ਆਏ ਸੀਗੇ ਤਾਂ ਜਦੋਂ ਅੰਦਰ ਐਂਟਰ ਕਰ ਰਹੇ ਸੀਗੇ ਬੇਸਿਕਲੀ ਉਹਦਾ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ? ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮੇਰੀਆਂ 2 ਰਿਫਿਊਜ਼ਲਸ ਅਮਰੀਕਾ ਤੋਂ ਸੀਗੀਆਂ ਤੇ 2 ਆਪਣੀ ਕੈਨੇਡਾ ਤੋਂ ਸੀਗੀਆਂ। ਤੇ ਜਿੱਦਾਂ ਸਰ ਨੇ ਕਿਹਾ ਸੀਗਾ ਕਿ ਮੇਰੀ ਮੰਮੀ ਨੇ ਦੇਖਿਆ ਸੀਗਾ ਫੇਸਬੁੱਕ ਦੇ ਉੱਤੇ ਕਿ ਸਰ ਦੀ ਆਪਣੀ ਇਹੋ ਚੱਲਦੀ ਪਈ ਸੀਗੀ, ਵੀਡੀਓ ਚੱਲਦੀ ਪਈ ਸੀਗੀ ਕਿ ਉਹਨਾਂ ਨੇ ਦੱਸਿਆ ਕਿ ਇੰਨੇ ਰਿਫਿਊਜ਼ਲ ਤੋਂ ਬਾਅਦ ਸਾਡੇ ਵੀਜ਼ੇ ਆਉਂਦੇ ਨੇ। ਤੇ ਫਿਰ ਮੰਮੀ ਨੇ ਰეკਮੈਂਡ ਕੀਤਾ ਰੈਰੀ ਨੂੰ, ਉਹਨਾਂ ਦੀ ਡਿਊਟੀ ਸੀ ਇੱਥੇ ਚੰਡੀਗੜ੍ਹ, ਤੇ ਉਹਨਾਂ ਨੇ ਅਗਲੇ ਦਿਨ ਹੀ ਆਏ ਸਰ ਕੋਲੇ, ਤੇ ਹੋਪਫੁਲੀ ਸਰ ਥਰਸਡੇ ਸੀ, ਉਹਦੇ ਸਰ ਬੈਠੀ ਸੀਗੀ ਉੱਥੇ, ਤੇ ਫਾਰਮ ਵਗੈਰਾ ਭਰੇ ਉਹਨਾਂ ਨੇ, ਤੇ ਸਰ ਨਾਲ ਮੀਟਿੰਗ ਫਿਕਸ ਹੋਈ ਤੇ ਉਹਨਾਂ ਨੇ ਚੈੱਕ ਵਗੈਰਾ ਕੀਤੀ ਡਿਟੇਲ ਸਾਰੀ, ਜਿੱਦਾਂ ਹੀ ਡਾਕੂਮੈਂਟੇਸ਼ਨ ਵਗੈਰਾ ਚੈੱਕ ਕੀਤੇ ਤੇ ਮਾਰਕਸ ਸੀਗੇ। ਤੇ ਜਿੱਦਾਂ ਮੈਂ ਬਾਕੀ ਕੰਸਲਟੈਂਟਸ ਕੋਲ ਗਿਆ ਸੀਗਾ 2 ਰਿਫਿਊਜ਼ਲ ਤੋਂ ਬਾਅਦ, ਇਹਨਾਂ ਨੂੰ ਰੀਜ਼ਨ ਪੁੱਛਿਆ ਸੀਗਾ ਕਿ ਮੇਰੀ ਰਿਫਿਊਜ਼ਲ ਦਾ ਰੀਜ਼ਨ ਕੀ ਆ। ਉਹ ਕਹਿੰਦੇ ਕੋਈ ਸਪੈਸੀਫਿਕ ਰੀਜ਼ਨ ਨਹੀਂ ਹੈਗਾ, ਕਿ ਹੁਣ ਰਿਫਿਊਜ਼ਲਸ ਆ ਰਹੀਆਂ ਨੇ ਤੇ ਆਪਾਂ ਲਾ ਕੇ ਦੇਖ ਲੈਣਾ, ਦੁਬਾਰੇ ਆ ਜਾਏਗਾ ਵੀਜ਼ਾ, ਫਾਈਲ ਠੀਕ ਹੈ, ਕੇਸ ਸਟਰੋਂਗ ਹੈ, ਇਦਾਂ ਕਰਕੇ ਕਹਿ ਰਹੇ ਸੀਗੇ। ਤੇ ਉਹ ਸਰ ਕੋਲ ਆਏ ਜਿੱਦਣ, ਤੇ ਸਰ ਨੇ ਮਾਰਕਸ ਵਗੈਰਾ ਚੈੱਕ ਕੀਤੇ, ਉਹ ਕਹਿੰਦੇ ਮਾਰਕਸ ਤਾਂ ਸਹੀ ਨੇ, ਜਿੱਦਾਂ ਕਿ ਕਮਰਸ ਫੀਲਡ ਸੀਗੀ ਤੇ ਸਾਰਿਆਂ ਚੋਂ 70+ ਨੰਬਰ ਸੀਗੇ, ਤੇ ਪਰ ਜਿਹੜੇ ਕਿ ਮੇਰੇ ਮੈਥਸ ਦੇ ਵਿੱਚੋਂ ਸੀਗੇ ਉਹ ਨੰਬਰ ਘੱਟ ਸੀਗੇ। ਹਾਂਜੀ, ਉਹ ਸੀਗੇ 57 ਸੀਗੇ 100 ਦੇ ਵਿੱਚੋਂ, 39 ਸੀਗੇ 80 ਦੇ ਵਿੱਚੋਂ, 80 ਦੇ ਵਿੱਚੋਂ 39 ਥਿਊਰੀ ਵਿੱਚੋਂ 39 ਸੀ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਨੰਬਰ ਜਿਹੜੇ ਮੈਥ ਦੇ ਵਿੱਚ ਸੀਗੇ ਉਹ ਘੱਟ ਸੀਗੇ, ਥਿਊਰੀ ਦੇ ਵਿੱਚ 50% ਨਾਲੋਂ 1 ਨੰਬਰ ਘੱਟ ਸੀਗਾ। ਮਤਲਬ 50% ਵੀ ਕੰਪਲੀਟ ਨਹੀਂ ਸੀਗੇ ਪੂਰੇ, ਕਹਿ ਸਕਦੇ ਆਪਾਂ। ਲੇਕਿਨ ਜਸਪ੍ਰੀਤ, ਜਦੋਂ ਕਹਿ ਸਕਦੇ ਹਾਂ ਨਾ ਆਪਾਂ, ਜਿਵੇਂ ਕਿ ਆਪਾਂ ਡਿਸਕਸ ਕਰ ਰਹੇ ਸੀਗੇ ਪਹਿਲੇ ਕਿ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਉਹ ਪੰਜਾਬ ਪੁਲਿਸ ਦੇ ਵਿੱਚ ਹੈਗੇ ਨੇ। ਹਾਂਜੀ, ਪੰਜਾਬ ਪੁਲਿਸ ਚ। ਉਹ ਮਤਲਬ ਜਦੋਂ ਅਪਲਾਈ ਕਰਨਾ ਸੀ, ਜਦੋਂ ਵੀਡੀਓ ਦੇਖੀ ਸੀ ਉਸ ਤੋਂ ਅਗਲੇ ਦਿਨ ਹੀ ਪਾਇਨੀਅਰ ਇਮੀਗ੍ਰੇਸ਼ਨ ਆਫਿਸ ਵਿਜ਼ਿਟ ਕਰ ਲਿਆ ਸੀ ਉਹਨਾਂ ਨੇ? ਹਾਂਜੀ, ਮੰਮਾ ਨੇ ਰეკਮੈਂਡ ਕੀਤਾ ਸੀਗਾ ਕਿ ਤੁਸੀਂ ਜਾਓ ਉਹਨਾਂ ਕੋਲੇ, ਤੇ ਉਹ ਅਗਲੇ ਦਿਨ ਹੀ ਚਲੇ ਗਏ ਸੀਗੇ ਸਰ ਕੋਲੇ, ਤੇ ਸਰ ਬੈਠੇ ਵੀ ਸੀਗੇ, ਉਹਦੇ ਥਰਸਡੇ ਸੀਗਾ ਜਿੱਦਾਂ ਮੈਂ ਦੱਸਿਆ ਸੀਗਾ। ਤੇ ਸਰ ਨੇ ਸਾਰੀ ਤਰ੍ਹਾਂ ਸਪੈਸੀਫਿਕੇਸ਼ਨ ਦਿੱਤੀ ਕਿ ਇਦਾਂ ਕਰਕੇ ਤਾਂ ਰਿਫਿਊਜ਼ਲ ਆਈ ਹੈ, ਤੇ ਕਾਲਜ ਸੀਗਾ ਕਿ ਸਪੈਸੀਫਾਈਡ ਮੈਥ ਸੀਗਾ ਉਹਦੇ ਵਿੱਚ, ਤੇ ਮੈਥ ਦੇ ਵਿੱਚੋਂ ਨੰਬਰ ਘੱਟ ਸੀਗਾ, ਕਿ ਕਾਲਜ ਨੇ ਆਫਰ ਲੈਟਰ ਇਸ਼ੂ ਕਰ ਦਿੱਤੀ ਹੈ, ਪਰ ਜਿਹੜੀ ਐਮਬੈਸੀ ਹੈ ਉਹਨਾਂ ਨੇ ਵੀਜ਼ਾ ਹੀ ਦੇਣਾ ਆਪਾਂ ਨੂੰ, ਤੇ ਬਾਕੀ ਉਹ ਸਾਰੀ ਡਿਟੇਲ ਚੈੱਕ ਕਰਕੇ ਦਿੰਦੇ ਆ ਸਰ ਕਹਿੰਦੇ। ਤੇ ਉਸ ਤੋਂ ਬਾਅਦ ਫਿਰ 2 ਵਾਰੀ ਉਹ ਸੇਮ ਕਾਲਜ ਮੈਂ ਅਪਲਾਈ ਕੀਤਾ, ਤੇ ਬਟ ਗੱਲ ਨਹੀਂ ਬਣੀ, ਤੇ ਬਾਕੀ ਕੰਸਲਟੈਂਟਸ ਤੋਂ ਪੁੱਛਿਆ, ਉਹਨਾਂ ਨੇ ਸਪੈਸੀਫਿਕ ਰੀਜ਼ਨ ਵੀ ਨਹੀਂ ਦਿੱਤਾ ਕੋਈ। ਤੇ ਫਿਰ ਇੱਥੇ ਤੁਹਾਨੂੰ ਜਦੋਂ ਪਾਇਨੀਅਰ ਆਏ ਤਾਂ ਰੀਜ਼ਨ ਵੀ ਮਿਲ ਗਿਆ? ਹਾਂਜੀ, ਉਹ ਕਹਿੰਦੇ ਕਿ ਕਿਵੇਂ ਹੋਏ? ਬਿਲਕੁਲ, ਤੇ ਡੈਡੀ ਕਹਿੰਦੇ ਰੀਜ਼ਨ ਆਪਾਂ ਨੂੰ ਮਿਲ ਗਿਆ, ਕਿ ਕਿਸੇ ਹੋਰ ਨੇ ਰੀਜ਼ਨ ਨਹੀਂ ਦੱਸਿਆ ਆਪਾਂ ਨੂੰ, ਉਹ ਕਹਿੰਦੇ ਸੀ ਆਹ ਕਾਲਜ ਅਪਲਾਈ ਕਰ ਲਓ ਨਿਕਲ ਜਾਏਗਾ।
ਤੇ ਬਸ ਉਹ ਤੋਂ ਬਾਅਦ ਹੀ ਥੋੜਾ ਜਿਹਾ ਟਰਸਟ ਬਿਲਡ ਹੋਣਾ ਸ਼ੁਰੂ ਹੋਇਆ, ਜਿੱਦਾਂ ਸਰ ਨੇ ਮੋਟੀਵੇਟ ਕੀਤਾ ਕਿ ਹਾਂਜੀ ਕੋਈ ਨਹੀਂ ਤੁਸੀਂ ਲਗਾਓ, ਨਿਕਲ ਜਾਏਗਾ। ਕਿ ਕੋਈ ਗਾਰੰਟੀ ਨਹੀਂ ਲੈਂਦੇਗੇ ਕਿਉਂਕਿ ਇਹ ਤਾਂ ਐਮਬੈਸੀ ਨੇ ਕੰਮ ਕਰਨਾ ਹੈ ਆਪਣਾ। ਤੇ ਸਰ ਨੇ ਦੱਸਿਆ ਕਿ ਹਾਂ ਹੋ ਜਾਏਗਾ, ਚਾਂਸਸ ਪੂਰੇ ਨੇ ਕੇਸ ਦੇ। ਤੇ ਫਿਰ ਉਦਾਂ ਹੀ ਅਸੀਂ ਮੋਟੀਵੇਟਡ ਫੀਲ ਕੀਤਾ ਥੋੜਾ ਜਿਹਾ, ਤੇ ਫਿਰ ਦੁਬਾਰੇ ਥਰਡ ਟਾਈਮ ਕੈਨੇਡਾ ਲਈ ਅਪਲਾਈ ਕੀਤਾ। ਤੇ ਹੋਪਫੁਲੀ ਜਿੱਦਾਂ ਅਸੀਂ ਫਾਈਲ ਵਗੈਰਾ ਸਾਰੀ ਲਗਾਈ ਤੇ ਸਾਡਾ ਵੀਜ਼ਾ 20 ਦਿਨਾਂ ਦੇ ਵਿੱਚ ਹੀ ਆ ਗਿਆ ਸੀਗਾ। 20 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਐਮਬੈਸੀ ਚ ਫਾਈਲ ਲੱਗਣ ਤੋਂ ਬਾਅਦ। ਬਿਲਕੁਲ। ਹੁਣ ਜਦੋਂ 20 ਦਿਨਾਂ ਬਾਅਦ ਵੀਜ਼ਾ ਆਇਆ ਤੁਹਾਡਾ ਤਾਂ ਕਿਵੇਂ ਪਰਿਵਾਰ ਦੇ ਆਫਰ ਲੈਟਰ ਕਿੰਨੇ ਦਿਨ ਚ ਆ ਗਈ ਸੀ? ਆਫਰ ਲੈਟਰ ਮੇਰੀ ਆ ਗਈ ਸੀਗੀ 10 ਦਿਨ ਦੇ ਵਿੱਚ। ਠੀਕ ਹੈ। ਤੇ ਮਹੀਨੇ ਦੇ ਵਿੱਚ ਟੋਟਲ ਪ੍ਰੋਸੈਸ ਮਤਲਬ 30 ਦਿਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਤੁਹਾਡਾ ਜਿਹੜਾ ਵੀ ਆ ਪਾਸਪੋਰਟ ਸਟੈਂਪ ਹੋ ਕੇ ਜਿਹੜਾ ਜਿਹਾ ਤੁਹਾਡੇ ਕੋਲ ਆ ਗਿਆ। ਬਿਲਕੁਲ ਬਿਲਕੁਲ। ਜੇ ਮੇਰਾ ਆਫਰ ਲੈਟਰ ਫੀਸ ਵਗੈਰਾ ਦੀ ਗੱਲ ਕਰੀਏ ਤਾਂ ਆਪਾਂ ਕਹਿ ਦਿਆਂਗੇ 45 ਦਿਨ ਦੇ ਵਿੱਚ ਮੇਰਾ ਪ੍ਰੋਸੈਸ ਸਟਾਰਟਿੰਗ ਤੋਂ ਲੈ ਕੇ ਵੀਜ਼ਾ ਸਟੈਂਪ ਹੋਣ ਤੱਕ ਮੇਰਾ ਸਾਰਾ ਕੁਝ ਹੋ ਗਿਆ ਜਿਸ ਦਿਨ ਪਹਿਲੇ ਦਿਨ ਮਤਲਬ ਤੁਸੀਂ ਕਾਰਵਾਈ ਸ਼ੁਰੂ ਕਰਦੇ ਹੋ, ਟੋਟਲ ਮਤਲਬ ਕਹਿੰਦੇ 45 ਦਿਨ ਦੇ ਵਿੱਚ ਤੁਸੀਂ ਕੈਨੇਡਾ ਦਾ ਪਾਸਪੋਰਟ ਸਟੈਂਪ ਹੋ ਕੇ ਆ ਚੁੱਕਿਆ ਸੀ। ਆਫਰ ਲੈਟਰ ਅਪਲਾਈ ਕਰਨ ਤੋਂ ਵੀਜ਼ਾ ਸਟੈਂਪ ਹੋ ਕੇ। ਹਾਲਾਂਕਿ ਜਦੋਂ ਪਾਸਪੋਰਟ ਸਟੈਂਪ ਹੋਣ ਲਈ ਜਾਂਦਾ ਉਹਦੇ ਲਈ ਵੀ 15-20 ਦਿਨ ਲੱਗਦੇ ਆ ਸਰ, ਲੱਗਦੇ ਹੀ ਆ। 15 ਦਿਨ ਚ ਆਇਆ ਸੀ ਮੇਰਾ ਹਾਂ। ਤਾਂ ਤੁਸੀਂ ਇਹ ਮੰਨ ਕੇ ਚੱਲੋ ਜੇ ਆਪਾਂ ਵੀਜ਼ਾ ਦੀ ਗੱਲ ਕਰੀਏ ਤਾਂ ਇਹਨਾਂ ਦਾ ਕਹਿਣਾ ਕਿ 20 ਦਿਨਾਂ ਦੇ ਵਿੱਚ ਜਿਹੜਾ ਜਿਹਾ ਹੈ ਉਹ ਵੀਜ਼ਾ ਇਹਨਾਂ ਦਾ ਜਿਹੜਾ ਜਿਹਾ ਉੱਥੇ ਓਕੇ ਹੋ ਚੁੱਕਿਆ ਸੀਗਾ। ਮਤਲਬ ਸਿਰਫ ਪਾਸਪੋਰਟ ਹੀ ਰਹਿ ਗਿਆ ਸੀ ਜਿਹਦੇ ਸਟੈਂਪ ਲੱਗਣੀ ਸੀਗੀ। ਅੱਛਾ ਜਸਪ੍ਰੀਤ, ਜਦੋਂ ਤੁਹਾਡਾ ਵੀਜ਼ਾ ਆਇਆ ਤੁਸੀਂ ਉਸ ਟਾਈਮ ਕਿੱਥੇ ਸੀਗੇ? ਮੈਂ ਉਸ ਟਾਈਮ ਜਦੋਂ ਤੁਹਾਨੂੰ ਪਤਾ ਲੱਗਿਆ ਪਾਇਨੀਅਰ ਇਮੀਗ੍ਰੇਸ਼ਨ ਤੋਂ ਕਾਲ ਗਈ ਹੋਣੀ ਹੈ ਤੁਹਾਨੂੰ ਕਿ ਤੁਹਾਡਾ ਜਿਹੜਾ ਵੀਜ਼ਾ ਜਿਹੜਾ ਜਿਹਾ ਉਹ ਗਰੰਟਡ ਹੈ ਜੀ, ਤੁਸੀਂ ਹੁਣ ਪੀਪੀਆਰ ਲਈ ਆਪਣਾ ਜਿਹੜਾ ਜਿਹਾ ਉਹ ਪਾਸਪੋਰਟ ਜਿਹੜਾ ਜਿਹਾ ਤੁਸੀਂ ਦੇਣਾ ਹੈ, ਤੇ ਉਦੋਂ ਤੁਸੀਂ ਕਿੱਥੇ ਸੀਗੇ? ਅਸੀਂ ਬਾਹਰ ਹੀ ਜਾ ਰਹੇ ਸੀਗੇ ਕਿਸੇ ਕੰਮ ਤੋਂ, ਤੇ ਮੈਮ ਨੇ ਮੈਨੂੰ ਤਾਂ ਕਾਲ ਕੀਤੀ ਨਹੀਂ ਗੀ, ਤੇ ਉਹਨਾਂ ਨੇ ਸਿੱਧੀ ਪਾਪਾ ਨੂੰ ਕਾਲ ਕੀਤੀ। ਤੇ ਉਹ ਡਰਾਈਵ ਕਰ ਰਹੇ ਸੀਗੇ ਤੇ ਮੈਂ ਕਿਹਾ ਕਾਲ ਆਈ ਹੈ, ਤੇ ਉਹਨਾਂ ਨੇ ਜਦੋਂ ਚੱਕਿਆ ਕਿ ਪਤਾ ਲੱਗਿਆ ਕਿ ਉਹ ਕਹਿੰਦੇ ਕਿ ਵੀਜ਼ਾ ਆ ਗਿਆ। ਪਹਿਲਾਂ ਯਕੀਨ ਨਹੀਂ ਵੀ 20 ਦਿਨਾਂ ਦੇ ਵਿੱਚ ਆ ਗਿਆ। ਹਾਂ ਬਿਲਕੁਲ। ਤੇ ਫਿਰ ਥੋੜਾ ਕਿਉਂਕਿ ਪਹਿਲੇ ਆਲਰੇਡੀ 2 ਰਿਫਿਊਜ਼ਲਾਂ ਸੀਗੀਆਂ ਤੇ ਉਸ ਤੋਂ ਬਾਅਦ 2 ਯੂਐਸਏ ਦੀ ਵੀ ਸੀਗੀਆਂ। ਹਾਂਜੀ ਹਾਂਜੀ। ਉਸ ਤੋਂ ਬਾਅਦ 4 ਰਿਫਿਊਜ਼ਲਾਂ ਦਾ ਵੀਜ਼ਾ ਆਇਆ ਤਾਂ ਪਹਿਲੀ ਵਾਰ ਤਾਂ ਬੰਦੇ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ। ਬਿਲਕੁਲ। ਉਹ ਵੀ 20 ਦਿਨਾਂ ਦੇ 20 ਦਿਨਾਂ ਦੇ ਵਿੱਚ ਆ, ਕਿਉਂਕਿ ਪ੍ਰੋਸੈਸਿੰਗ ਟਾਈਮ ਵੀ ਉਦੋਂ ਸੀਗਾ 40 to 45 ਡੇਜ਼ ਚੱਲ ਰਿਹਾ ਸੀਗਾ, ਉਦੋਂ ਘਟ ਰਿਹਾ ਸੀਗਾ, ਹਜੇ ਪ੍ਰੋਪਰ ਘਟਿਆ ਨਹੀਂ ਸੀਗਾ। ਤੇ ਇੱਕਦਮ ਹੀ ਜਦੋਂ ਸੁਣਿਆ ਕਿ ਹਾਂ 20 ਦਿਨਾਂ ਚ ਆ ਗਿਆ, ਪਹਿਲਾਂ ਤਾਂ ਯਕੀਨ ਨਹੀਂ ਹੋਇਆਗਾ, ਫਿਰ ਹੌਲੀ ਹੌਲੀ ਯਕੀਨ ਜਿਹਾ ਹੋਣਾ ਸਟਾਰਟ ਹੋਇਆ ਜਦੋਂ ਪਾਸਪੋਰਟ ਦੇ ਕੇ ਆਏ। ਪਰ ਫਿਰ ਵੀ ਜਿੱਦਾਂ ਆਪਾਂ ਕਹਿੰਦੇ 4 ਰਿਫਿਊਜ਼ਲ ਸੀਗੀਆਂ ਤੇ ਯਕੀਨ ਹੋਇਆ ਨਹੀਂ ਸੀ ਪਾਸਪੋਰਟ ਦੇਣ ਤੋਂ ਬਾਅਦ ਵੀ ਕਿ ਆਏ ਸੀਗੇ ਸਟੈਂਪ ਹੋ ਕੇ ਜਦੋਂ ਆਊਗਾ, ਪਰ ਜਦੋਂ ਸਟੈਂਪ ਹੋ ਕੇ ਹੱਥ 'ਚ ਆ ਗਿਆ ਫਿਰ ਉਦੋਂ ਯਕੀਨ ਜਿਹਾ ਹੋਇਆ ਕਿ ਹਾਂਜੀ ਆ ਗਿਆ ਵੀਜ਼ਾ। ਰਿੱਕੀ ਜੀ, ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਦੋਂ ਅਪਰੂਵਲ ਆ ਜਾਂਦੀ ਕੁਝ ਲੋਕ ਤਾਂ ਕਰ ਜਾਂਦੇ ਯਕੀਨ, ਲੇਕਿਨ ਮੇਰਾ ਖਿਆਲ ਇਹੀ ਰੀਜ਼ਨ ਹੈ, ਸਾਨੂੰ ਤਾਂ ਨਹੀਂ ਦੱਸਦੇ, ਲੇਕਿਨ ਪੀਪੀਆਰ ਜਦੋਂ ਪਾਸਪੋਰਟ ਰਿਕੁਐਸਟ ਲੈਟਰ ਜਿਹੜੀ ਅਪਰੂਵਲ ਦੀ ਲੈਟਰ ਆਉਂਦੀ ਹੈ ਅਸੀਂ ਦੱਸਦੇ ਹਾਂ ਤੇ ਜ਼ਿਆਦਾ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਨਹੀਂ ਹੁੰਦੀ, ਸ਼ਾਇਦ ਕੋਈ ਸ਼ੱਕ ਲੈ ਕੇ ਜਾਂ ਕੋਈ ਇਸ ਤਰ੍ਹਾਂ ਦੀ ਫੀਲਿੰਗਸ ਹੁੰਦੀਆਂ ਨੇ ਜੀ। ਫਿਰ ਉਹ ਪਾਸਪੋਰਟ ਦਿੰਦੇ ਨੇ, ਪਾਸਪੋਰਟ ਸਟੈਂਪ ਹੋ ਕੇ ਆਉਂਦਾ ਹੈ, ਔਰ ਉਹਦੇ 'ਚ ਪਾਸਪੋਰਟ ਦੇ ਉੱਪਰ ਵੀਜ਼ਾ ਜਦੋਂ ਦੇਖਦੇ ਨੇ ਐਕਚੁਅਲ ਫੀਲਿੰਗ, ਐਕਚੁਅਲ ਖੁਸ਼ੀ ਉਦੋਂ ਮਹਿਸੂਸ ਹੁੰਦੀ ਹੈ ਵੀਜ਼ਾ ਨੂੰ ਦੇਖ ਕੇ। ਮੇਕਸ ਅ ਡਿਫਰੈਂਸ। ਬਿਲਕੁਲ। ਦੇਖੋ, ਅਗਰ ਮੈਂ ਤਾਂ ਰਿਕੁਐਸਟ ਕਰਦਾ ਹੁੰਦਾ ਸਾਰੇ ਜਿਹੜੇ ਪੇਰੈਂਟਸ ਨੇ ਸ਼ੋਅ ਦੇਖ ਰਹੇ ਨੇ, ਕੋਈ ਪਰਿਵਾਰ ਦਾ ਕੋਈ ਵੀ ਜੀ ਜਿਹੜਾ ਸ਼ੋਅ ਦੇਖ ਰਿਹਾ ਹੈ, ਤੇ ਇੱਕ ਵਾਰੀ ਜਿਹੜਾ ਜੇ ਨਾ ਤੁਸੀਂ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਲਿਆ ਕਰੋ। ਉਹ ਵੀ ਮੈਂ ਨਹੀਂ ਕਹਿੰਦਾ, ਦੇਖੋ ਹੁਣ 4 ਰਿਫਿਊਜ਼ਲਾਂ ਨੇ, ਰਿਫਿਊਜ਼ਲ ਤੋਂ ਬਾਅਦ ਵੀ ਤਾਂ ਤੁਸੀਂ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ 'ਚ ਆ ਕੇ ਜਿਹੜਾ ਜੇ ਹੈ ਆਪਣੇ ਬੱਚੇ ਦਾ ਭਵਿੱਖ ਬਣਾਇਆ ਹੀ ਹੈ ਨਾ, ਕੈਨੇਡਾ ਆਪਣਾ ਬੱਚਾ ਤੁਸੀਂ ਭੇਜ ਹੀ ਰਹੇ ਹੋ। ਇਸੇ ਕਰਕੇ ਵੇਟ ਨਾ ਕਰਿਆ ਕਰੋ। ਇਹ ਨਹੀਂ ਕਿ ਪਹਿਲੇ 4 ਰਿਫਿਊਜ਼ਲਾਂ ਲਗਾਵਾਂਗੇ ਉਸ ਤੋਂ ਬਾਅਦ ਜਿਹੜਾ ਜੇ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਜਾਵਾਂਗੇ ਨਾ। ਤੁਸੀਂ ਜਦੋਂ ਬੱਚਾ +2 ਚੋਂ ਪਾਸ ਹੋ ਕੇ ਆਉਂਦਾ ਹੈ, ਜਦੋਂ ਆਈਲੈਟਸ ਕਰ ਲੈਂਦਾ ਹੈ, ਉਸ ਤੋਂ ਬਾਅਦ ਜਿਹੜਾ ਜੇ ਤੁਸੀਂ ਤਿਆਰੀ ਕਰਦੇ ਹੋ ਨਾ, ਉਦੋਂ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਲਿਆ ਕਰੋ। ਜਿਹੜਾ ਵੀ ਸ਼ਹਿਰ ਤੁਹਾਨੂੰ ਨੇੜੇ ਲੱਗਦਾ ਹੈ, ਸਾਰੇ ਜਿਹੜੇ ਆਫਿਸ ਦੇ ਐਡਰੈਸ ਹੈ ਉਹ ਅਸੀਂ ਫਲੈਸ਼ ਵੀ ਕਰਦੇ ਹੁੰਦੇ ਹਾਂ। ਜਿਹੜਾ ਵੀ ਤੁਹਾਨੂੰ ਸ਼ਹਿਰ ਨੇੜੇ ਪੈਂਦਾ ਹੈ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਆਪਣਾ ਕਹਿੰਦੇ ਨੇ ਲਿਸਟ ਦੇ ਵਿੱਚ ਨਾਮ ਲਿਖਵਾ ਦਿਓ, ਬੇਸ਼ੱਕ ਤੁਸੀਂ ਉਸ ਤੋਂ ਬਾਅਦ 4 ਜਗ੍ਹਾ ਹੋਰ ਵੀ ਘੁੰਮ ਲਓ, ਜਦੋਂ ਤਸੱਲੀ ਹੋਏਗੀ ਉਦੋਂ ਅਪਲਾਈ ਕਰਨਾ। ਲੇਕਿਨ ਕਹਿਣ ਦਾ ਮਤਲਬ ਹੈ ਕਿ ਲਿਸਟ ਦੇ ਵਿੱਚ ਤੁਸੀਂ ਨਾਮ ਤਾਂ ਲਿਖਾ ਦਿਓ ਕਿ ਹਾਂ ਠੀਕ ਹੈ ਅਸੀਂ ਪਾਇਨੀਅਰ ਇਮੀਗ੍ਰੇਸ਼ਨ ਵਿਜ਼ਿਟ ਕੀਤਾ ਸੀਗਾ, ਉਸ ਤੋਂ ਬਾਅਦ ਜਿਹੜਾ ਜੇ ਹਾਲੇ ਅਪਲਾਈ ਨਹੀਂ ਕਰਨਾ ਜਾਂ ਬਾਅਦ 'ਚ ਕਰਾਂਗੇ, ਲੇਕਿਨ ਉਸ ਲਾਈਨ ਦੇ ਵਿੱਚ ਤੁਸੀਂ ਆ ਜਾਓ ਰਿਫਿਊਜ਼ਲ ਲੱਗਣ ਤੋਂ ਪਹਿਲੇ। ਨਹੀਂ ਤਾਂ ਇਦਾਂ ਨਾ ਹੋਏ ਕਿ ਜਸਪ੍ਰੀਤ ਦੀਆਂ 4 ਰਿਫਿਊਜ਼ਲਾਂ ਨੇ, ਤੁਹਾਡੇ ਬੱਚੇ ਦੀਆਂ ਇਸ ਤੋਂ ਵੱਧ ਵੀ ਹੋਣ। ਵੈਸੇ ਤਾਂ ਅਸੀਂ ਕੋਸ਼ਿਸ਼ ਕਰੀਦੀ ਹੈ, ਔਰ ਸਾਰੇ ਹੀ ਕੋਈ ਵੀ ਜਿਹੜਾ ਕੰਸਲਟੈਂਟ ਹੋਏਗਾ ਉਹ ਇਹ ਨਹੀਂ ਚਾਹੇਗਾ ਕਿ ਰਿਫਿਊਜ਼ਲ ਲੱਗੇ ਜਿਹੜਾ ਜੈਨੂਇਨ ਹੋਏ। ਜੈਨੂਇਨ ਮਤਲਬ ਕਹਿ ਸਕਦੇ ਹਾਂ ਕਿ ਜਿਹੜਾ ਰੱਬ ਦਾ ਬੰਦਾ ਹੋਏਗਾ, ਜਿਹੜਾ ਰੱਬ ਨੂੰ ਮੰਨ ਕੇ ਜਿਹੜਾ ਜਿਹਾ ਕਿਸੇ ਵੀ ਬੱਚੇ ਦੀ ਪ੍ਰੋਫਾਈਲ 'ਤੇ ਕੰਮ ਕਰਦਾ ਹੋਏਗਾ, ਉਹ ਨਹੀਂ ਚਾਹੇਗਾ ਕਦੇ ਵੀ। ਲੇਕਿਨ ਫਿਰ ਵੀ ਅਗਰ ਕੁਝ ਗਲਤੀਆਂ ਕਾਰਨ ਰਿਫਿਊਜ਼ਲ ਆਉਂਦੀ ਵੀ ਹੈ, ਇਹ ਨਹੀਂ ਕਿ ਸਾਰੇ ਹੀ ਰੱਬ ਹੈਗੇ ਨੇ। ਜਿਵੇਂ ਕਿ ਆਪਾਂ ਗੱਲ ਕਰ ਲਈਏ ਪਾਇਨੀਅਰ ਇਮੀਗ੍ਰੇਸ਼ਨ ਦੀ ਗੱਲ ਕਰ ਲਈ, ਇਹਨਾਂ ਨੂੰ ਵੀ ਰਿਫਿਊਜ਼ਲਾਂ ਆਉਂਦੀਆਂ ਨੇ, ਐਸੀ ਗੱਲ ਨਹੀਂ ਹੈ। ਲੇਕਿਨ ਫਿਰ ਵੀ ਰੀਅਪਲਾਈ ਕਰਨਾ ਔਰ ਉਸ ਬੱਚੇ ਦੇ ਉਹਦੇ ਲਈ ਵੀਜ਼ੇ ਲਈ ਫਾਈਟ ਕਰਨਾ, ਇਹ ਬਹੁਤ ਵੱਡੀ ਜਿਹੜੀ ਗੱਲ ਹੁੰਦੀ ਹੈ। ਬਿਲਕੁਲ ਰਿੱਕੀ ਜੀ, ਮੈਂ ਇੱਕ ਜੀ ਜਿਹੜੀ ਸਪੈਸੀਫਾਈ ਖਾਸ ਤੌਰ ਤੇ ਜਿਹੜੀ ਕਰਾਉਣਾ ਚਾਹੁੰਦਾ ਹੈਗਾ, ਨੋਟ ਡਾਊਨ ਕਰਵਾਉਣਾ ਚਾਹੁੰਦਾ ਹੈਗਾ ਕਿ ਓਨੈਸਟੀ। ਦੇਖੋ, ਆਫਟਰ ਵੀਜ਼ਾ ਫੀਸ ਵਾਲਾ ਕੋਈ ਕੰਮ ਨਹੀਂ ਹੈ, ਪੈਕੇਜ ਵਾਲਾ ਕੋਈ ਕੰਮ ਨਹੀਂ ਹੈ। 100% ਓਨੈਸਟੀ ਰੱਬ ਨੂੰ ਹਾਜ਼ਰ ਨਜ਼ਰ ਮੰਨ ਕੇ, ਜਿਹੜੀ ਸਾਡੇ ਗੁਰੂਆਂ ਨੇ ਸਿਖਾਇਆ, ਗੁਰਬਾਣੀ 'ਚ ਲਿਖਿਆ, ਸਾਡੇ ਹਰ ਸਿੱਖਿਆ ਦਿੱਤੀ ਕਿ ਵੀ ਇਹ ਓਨੈਸਟੀ ਇਜ਼ ਦਾ ਬੈਸਟ ਪੋਲਿਸੀ।
ਔਰ ਟਰਾਂਸਪੇਰੈਂਸੀ ਦਾ ਮਤਲਬ ਇਹਨਾਂ ਨੂੰ ਐਪਲੀਕੇਸ਼ਨ ਫਾਰਮ ਜਿਹੜੇ ਐਮਬੈਸੀ ਨੂੰ ਜਾਣੇ ਨੇ ਉਹ ਚੈੱਕ ਕਰਾ ਕੇ ਸਾਈਨ ਕਰਾਣੇ ਕਿ ਵੀ ਇਹ ਮੈਂ ਪੜ੍ਹ ਲਏ ਨੇ ਔਰ ਸਾਰੇ ਠੀਕ ਨੇ, ਕਿਹੜਾ ਡਾਕੂਮੈਂਟ ਲੱਗਣਾ ਕਿਹੜਾ ਨਹੀਂ ਲੱਗਣਾ, ਉਹ ਸਾਰਾ ਜਿਹੜਾ SOP ਇਹਨਾਂ ਨੂੰ ਪੜ੍ਹਾਉਣੀ, ਸਾਈਨ ਕਰਨੀ ਇਹਨਾਂ ਨੇ ਸਾਰੀ ਜਿਹੜੀ ਹੈ ਉਹ ਸਾਰਾ ਟਰਾਂਸਪੇਰੈਂਸੀ ਵਾਲਾ ਕੰਮ। ਔਰ ਇਸ ਦੇ ਬਾਅਦ ਇਹ ਸਾਰਾ ਜਿਹੜਾ ਹੈ ਪ੍ਰੋਪਰਲੀ ਕੰਮ ਕਰਕੇ ਇਹਨਾਂ ਦੀ ਸਾਰੀ ਇਹਨਾਂ ਨੂੰ ਪਤਾ ਹੋਣ ਦੇ ਨਾਲ ਕਿ ਕੀ ਡਾਕੂਮੈਂਟ, ਔਰ ਖਾਸ ਤੌਰ ਤੇ ਇਹ ਦੱਸਣਗੇ ਕਿ ਬਾਕੀ ਕੰਸਲਟੈਂਟਸ ਨੇ CA ਰਿਪੋਰਟ, ਪ੍ਰਾਪਰਟੀ ਦੇ ਡਾਕੂਮੈਂਟਸ, ਫੰਡਸ ਦੇ ਡਾਕੂਮੈਂਟ, ਇਨਕਮ ਦੇ ਡਾਕੂਮੈਂਟਸ, ਇੰਨੀ ਵੱਡੀ ਫਾਈਲ ਬਣਾਈ ਜਦੋਂ ਕਿ ਅਸੀਂ ਕੋਈ ਡਾਕੂਮੈਂਟ ਲਾਇਆ ਹੀ ਨਹੀਂ ਜਿਹੜੇ ਸਿਰਫ ਰਵੀ ਸਰ, ਮੈਂ ਬੇਸਿਕਲੀ ਇਹਨਾਂ ਤੋਂ ਪੁੱਛਣਾ ਚਾਹਾਂਗਾ ਜਸਪ੍ਰੀਤ ਤੋਂ, ਕਿਉਂ ਮੈਂ ਸੋਰੀ ਤੁਹਾਨੂੰ ਰੋਕ ਰਿਹਾ ਹਾਂ, ਕਿਉਂਕਿ ਜਸਪ੍ਰੀਤ ਤੁਸੀਂ ਤਾਂ ਆਪ ਹੰਡਾਇਆ ਹੈ। ਦੇਖੋ ਅਗਰ ਅਸੀਂ ਗੱਲ ਕਰਾਂਗੇ ਜਾਂ ਡਾਕਟਰ ਰਵੀ ਗੱਲ ਕਰਨਗੇ ਤਾਂ ਲੋਕੀ ਸੋਚਣਗੇ ਪਤਾ ਨਹੀਂ ਆਪਣੇ ਮੁੱਲੋਂ ਹੀ ਗੱਲ ਕਰ ਰਹੇ ਹੋਣਗੇ, ਜਾਂ ਫਿਰ ਇਹ ਕਹਿ ਸਕਦੇ ਆ ਕਿ ਦੂਜੇ ਨੂੰ ਮਾੜਾ ਕਹਿਣ ਲਈ ਆਪਣੇ ਆਪ ਨੂੰ ਚੰਗਾ ਪ੍ਰੈਜ਼ੈਂਟ ਕਰਨ ਲਈ ਕਹਿ ਰਹੇ ਹੋਣੇ ਕਿ ਕਿਆ ਰਿਪੋਰਟ ਲਗਾਈ ਹੈ, ਕਿਆ ਡਾਕੂਮੈਂਟ ਲਗਾਇਆ। ਲੇਕਿਨ ਜਸਪ੍ਰੀਤ ਤੁਸੀਂ ਆਪ ਤਾਂ ਹੰਡਾਇਆ, ਤੁਸੀਂ ਆਪ ਆਫਿਸ ਗਏ ਹੋ, ਤੁਹਾਡੇ ਪੇਰੈਂਟਸ ਨਾਲ ਗਏ ਹੋਣਗੇ, ਉਹਨਾਂ ਨੇ ਟਾਈਮ ਟੂ ਟਾਈਮ ਜਿਹੜੇ ਵੀ ਕੰਸਲਟੈਂਟ ਸੀਗਾ, ਕੋਈ ਵੀ ਮਹਾਨ ਚਤੁਰ ਇਨਸਾਨ ਸੀਗਾ ਜਿਹਨੇ ਕਿ ਇਹ 4 ਰਿਫਿਊਜ਼ਲਾਂ ਲਗਵਾਈਆਂ ਨੇ, ਉਸ ਆਪਾਂ ਕਹਿ ਸਕਦੇ ਹਾਂ ਕਿ ਉਹਨੇ ਤੁਹਾਡੇ ਤੋਂ ਜੋ ਵੀ ਮੰਗਿਆ ਹੋਏਗਾ ਡਾਕੂਮੈਂਟ, ਕੀ ਡਾਕੂਮੈਂਟ ਤੁਹਾਡੇ ਤੋਂ ਡਿਮਾਂਡ ਕੀਤੀ ਗਈ ਸੀ, ਜਾਂ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਫਾਈਲ ਲਗਾਈ ਉਸ ਤੋਂ ਬਾਅਦ ਜਿਹੜਾ ਕਿਆ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ? ਹਾਂਜੀ, ਜਿੱਦਾਂ ਮੈਂ ਗੱਲ ਕਰਦਾ ਸੀਗਾ ਕਿ ਮੈਂ ਜੇ ਦੱਸਾਂ ਤਾਂ ਮੇਰੀ 10+2 ਸੀਗੀ ਉਹ ਮੈਂ ਕੀਤੀ ਸੀ 2021 ਦੇ ਵਿੱਚ ਕੰਪਲੀਟ ਕੀਤੀ ਸੀਗੀ, ਤੇ ਉਸ ਤੋਂ ਬਾਅਦ IELTS ਮੇਰੀ ਟਾਈਮ ਟੂ ਟਾਈਮ ਕਲੀਅਰ ਹੋ ਗਈ ਸੀਗੀ 2-3 ਮੰਥਸ ਦੇ ਵਿੱਚ। ਤੇ ਫਿਰ ਮੈਂ ਕੰਸਲਟੈਂਟ ਕੋਲ ਗਿਆ ਸੀਗਾ ਜਿਹੜੇ ਕੋਲੇ ਉਹਨਾਂ ਨੇ ਮੈਨੂੰ ਮੇਨ ਟੇਕ ਦਿੱਤਾ ਸੀਗਾ, ਤੇ ਪਹਿਲਾਂ ਤਾਂ ਥੋੜੀ ਆਪਣੀ ਉਹ ਕਰ ਰਹੇ ਸੀ, ਡਿਲੇ ਕਰ ਰਹੇ ਸੀਗੇ ਫਾਈਲਿੰਗ ਦੇ ਵਿੱਚ, ਥੋੜਾ ਜਿਹਾ ਲੇਟ ਪ੍ਰੋਸੈਸ ਚੱਲ ਰਿਹਾ ਸੀਗਾ ਉਹਨਾਂ ਦਾ। ਤੇ ਐਕਚੁਅਲੀ ਹੁੰਦਾ ਕੀ ਹੈ ਨਾ, ਦੇਖੋ ਜਦੋਂ ਕੰਸਲਟੈਂਟ ਡਿਲੇ ਕਰ ਰਿਹਾ ਹੁੰਦਾ, ਤੁਸੀਂ ਇਹ ਸਮਝ ਜਾਓ ਕਿ ਅਗਲੇ ਦੇ ਕੋਲ ਜਿਹਨੇ ਆਪ ਕੰਮ ਕਰਨਾ ਨਾ, ਉਹ ਕਦੇ ਡਿਲੇ ਨਹੀਂ ਕਰੇਗਾ। ਜਿਹਨੇ ਆਪ ਦੇ ਹੱਥੀਂ ਫਾਈਲ ਬਣਾਣੀ ਹੈ ਜਾਂ ਆਪ ਦੇ ਬੱਚੇ ਦੇ ਪ੍ਰੋਫਾਈਲ ਲਈ ਕੰਮ ਕਰਨਾ, ਉਹ ਡਿਲੇ ਨਹੀਂ ਕਰੇਗਾ। ਲੇਕਿਨ ਜਿਹਨੇ ਬਾਹਰੋਂ ਕਰਵਾਉਣਾ ਹੈ ਨਾ, ਜਿਹਦੇ ਕੋਲ ਐਕਸਪਰਟ ਨਹੀਂ ਹੈ, ਜਿਹਨੂੰ ਨੌਲੇਜ ਨਹੀਂ ਹੈ, ਉਹਨੇ ਬਾਹਰੋਂ ਕਰਵਾਉਣਾ ਹੈ, ਉਹ ਡਿਲੇ ਇਸ ਕਰਕੇ ਹੋਏਗਾ ਕਿਉਂਕਿ ਜਿਸ ਤੋਂ ਕਰਵਾ ਰਿਹਾ ਹੋਏਗਾ ਉਹ ਪਹਿਲੇ ਆਪ ਦਾ ਬੱਚੇ ਦਾ ਪ੍ਰੋਫਾਈਲ ਦੇ ਉੱਪਰ ਕੰਮ ਕਰੇਗਾ, ਆਪ ਦੀ SOP ਬਣਾਏਗਾ, ਉਸ ਤੋਂ ਬਾਅਦ ਦੂਜੇ ਦੀ ਬਣਾਏਗਾ। ਇਸੇ ਕਰਕੇ ਹੋ ਸਕਦਾ ਤੁਹਾਡੀ ਵੀ ਡਿਲੇ ਹੋਈ ਹੋਵੇ। ਹਾਂਜੀ, ਤੇ ਮੈਂ ਜੇ ਗੱਲ ਕਰਾਂ ਤਾਂ ਫਿਰ ਮੇਰੀ ਆਫਰ ਲੈਟਰ ਤੋਂ ਬਾਅਦ ਮੇਰੀ 2 ਮਹੀਨੇ ਬਾਅਦ ਫਾਈਲ ਲਾਂਚ ਹੋ ਗਈ, ਤੇ ਉਦੋਂ ਪ੍ਰੋਸੈਸਿੰਗ ਟਾਈਮ 3 ਮਹੀਨੇ ਦਾ ਚੱਲਦਾ ਸੀ, 90 ਦਿਨਾਂ ਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਸੀ ਮਤਲਬ। ਤੇ ਜੇ ਆਪਾਂ ਗੱਲ ਕਰੀਏ ਫਾਈਲਿੰਗ ਡਾਕੂਮੈਂਟਸ ਦੀ ਤਾਂ ਉਹਨਾਂ ਨੇ ਕਿਹੜੇ ਲਗਾਏ ਸੀਗੇ, ਮੇਰੇ ਮੰਮੀ ਡੈਡੀ ਦੀ ITR ਲਗਾਈ ਸੀਗੀ ਉਹਨਾਂ ਨੇ, ਤੇ ਇੱਕ ਜਿਹੜਾ 60 ਨੰਬਰ ਫਾਰਮ ਆਉਂਦਾ ਉਹ ਗਵਰਨਮੈਂਟ ਜੌਬ ਵਾਲਿਆਂ ਦਾ ਉਹ ਲਗਾਇਆ ਸੀਗਾ, ਤੇ GPF ਦੀ ਰਿਪੋਰਟ ਵੀ ਲਗਾਈ ਸੀਗੀ ਉਹਨਾਂ ਨੇ ਜੀ, ਤੇ CA ਰਿਪੋਰਟ, ਹੋਰ ਬੈਂਕ ਸਟੇਟਮੈਂਟਸ ਵਗੈਰਾ, FDs ਵਗੈਰਾ, ਸਾਰਿਆਂ ਦੇ ਡਾਕੂਮੈਂਟਸ ਲਗਾ ਕੇ ਕਾਫੀ ਵੱਡੀ ਫਾਈਲ ਬਣਾਤੀ ਸੀਗੀ ਉਹਨਾਂ ਨੇ। ਬਿਲਕੁਲ, ਤੇ ਇੰਨੀ ਜ਼ਿਆਦਾ ਫਾਈਲ ਬਣ ਗਈ, ਜੇ ਆਪਾਂ ਕਹਦੇ ਕਿ ਇਹ ਰਿਫਿਊਜ਼ਲ ਵੀ ਕਈ ਵਾਰੀ ਤਾਂ ਆ ਜਾਂਦੀ, ਜਿਵੇਂ ਕਹਿ ਦਿੰਦੇ ਆ ਕਿ ਫਾਈਲਿੰਗ ਡਾਕੂਮੈਂਟ ਜ਼ਿਆਦਾ ਲਗਾਤੇ, ਕਈ ਵਾਰੀ ਬਰਡਨ ਫੀਲ ਕਰਦਾ ਹੁੰਦਾ ਆਫੀਸਰ, ਤੇ ਉਹਦੇ ਕਰਕੇ ਵੀ ਕਈ ਵਾਰੀ ਰਿਫਿਊਜ਼ਲ ਆ ਜਾਂਦੀ ਹੈ। ਤੇ ਬਟ ਆਪਾਂ ਨੂੰ ਇੰਨਾ ਐਗਜ਼ੈਕਟ ਨਹੀਂ ਪਤਾ ਕਿ ਮਾਰਕਸ ਕਰਕੇ ਆਈ ਹੋਵੇ ਜਾਂ ਡਾਕੂਮੈਂਟਸ ਕਰਕੇ ਆਈ ਹੋਵੇ। ਤੇ ਫਿਰ ਜਦੋਂ ਰਿਫਿਊਜ਼ਲ ਆਈ 3 ਮਹੀਨੇ ਬਾਅਦ, ਫਿਰ ਅਸੀਂ ਕੰਸਲਟੈਂਟ ਚੇਂਜ ਕੀਤੇ। ਕੰਸਲਟੈਂਟ ਚੇਂਜ ਕੀਤਾ ਤਾਂ ਉਹਨਾਂ ਨੇ ਵੀ ਸੇਮ ਕੀਤਾ, ਉਹਨਾਂ ਨੇ ਵੀ ਬੈਂਕ ਸਟੇਟਮੈਂਟਸ ਵਗੈਰਾ ਲਾਈ, ਤੇ ਉਦੋਂ ਮੇਰੇ ਉਹਨਾਂ ਨੇ ਗ੍ਰੈਂਡਫਾਦਰ ਦੀ ਸਟੇਟਮੈਂਟ ਵੀ ਲਗਵਾਤੀ, ਦਾਦੇ ਦੀ ਵੀ ਲਗਾਤੀ। ਹਾਂਜੀ, ਮਤਲਬ ਕਹਿ ਸਕਦੇ ਆਪਾਂ ਰਵੀ ਸਰ, ਕਹਿ ਸਕਦੇ ਆ ਕਿ ਆਪ ਦੀ ਮਤਲਬ ਜਿਹੜਾ ਜੇ ਬੰਦਾ ਇਹਨਾਂ ਦਾ ਮਤਲਬ ਕਿਸੇ ਦੇ ਬੱਚੇ ਨਾਲ ਅਪਲਾਈ ਕਰਨਾ ਹੁੰਦਾ ਹੈ, ਫਾਦਰ ਦੀ ਨਾਲ ਲੱਗਦੀ ਹੈ ਜਾਂ ਮਦਰ ਦੀ ਲੱਗੇਗੀ ਸਟੇਟਮੈਂਟ, ਉਹਨਾਂ ਨੇ ਤਾਂ ਦਾਦੇ ਦੀ ਵੀ ਲਗਾਤੀ। ਬਕਾਇਦਾ ਉਹਨਾਂ ਨੇ ਇੱਕੋ ਬਣਵਾ ਕੇ ਦਿੱਤੇ, ਐਫੀਡੇਵਿਟ ਬਣਵਾਇਆ ਸੀਗਾ ਮੇਰੇ ਤੋਂ ਕਿ ਨੋਟਰੀ ਕਰਵਾਓ, ਸਟੈਂਪ ਲਗਾਓ, ਐਫੀਡੇਵਿਟ ਤੇ ਲਿਖਿਆ ਸੀਗਾ ਕਿ ਹਾਂ ਮੈਂ ਆਪਦੇ ਗ੍ਰੈਂਡਫਾਦਰ ਨੂੰ ਸਪੋਰਟ ਕਰਾਂਗਾ, ਤੇ ਹਾਂਜੀ ਗ੍ਰੈਂਡਸਨ ਨੂੰ ਸਪੋਰਟ ਕਰੂੰਗਾ। ਅੱਛਾ, ਤੇ ਉਹਨਾਂ ਨੇ ਬਕਾਇਦਾ ਉਹ ਬਣਵਾ ਕੇ ਮੈਥੋਂ ਲਿਖਵਾ ਕੇ ਉਹ ਤੇ ਸਾਈਨ ਹੋਏ ਸੀਗੇ ਗ੍ਰੈਂਡਫਾਦਰ ਦੇ, ਤੇ ਉਹਨਾਂ ਦੀ ਇਨਕਮ ਵਗੈਰਾ ਵੀ ਸ਼ੋ ਕੀਤੀ ਜਿਹੜੀ ਐਜ਼ ਅ ਪੈਨਸ਼ਨ ਆਉਂਦੀ ਉਹਨਾਂ ਨੂੰ ਆਰਮੀ ਵੱਲੋਂ, ਤੇ ਉਹਨਾਂ ਨੇ ਸਟੇਟਮੈਂਟ ਲਗਾਈ ਉਹਨਾਂ ਦੀ ਜਿਹੜੀ ਵੀ ਸੀਗੀ ਆਉਂਦੀ ਸੀ ਲਾਸਟ 6 ਮੰਥ ਦੀ। ਤੇ ਉਦੋਂ ਵੀ ਫਾਈਲਿੰਗ ਪ੍ਰੋਸੈਸ ਜਿਵੇਂ ਆਪਾਂ ਕਹਿ ਦਈਏ ਫਾਈਲਸ ਦੇ ਵਿੱਚ ਜਿਹੜੇ ਲੱਗੇ ਸੀਗੇ ਡਾਕੂਮੈਂਟਸ ਉਹ ਵੀ ਬਹੁਤ ਲਗਾਏ ਸੀਗੇ ਉਹਨਾਂ ਨੇ ਸੈਕੰਡ ਟਾਈਮ। CA ਰਿਪੋਰਟ ਵੀ ਉਹਨਾਂ ਨੇ ਵੱਡੀ ਕਰਵਾਤੀ ਸੀਗੀ ਮੈਥੋਂ ਲਾਸਟ ਟਾਈਮ, ਕਾਫੀ ਲੈਂਥੀ ਬਣਵਾਤੀ ਸੀ। ਹਾਂਜੀ ਜੀ ਰਵੀ ਸਰ, ਅਗਰ ਕਿ ਜੈਨੂਇਨ ਤਰੀਕੇ ਨਾਲ ਜਿਵੇਂ ਤੁਸੀਂ ਫਾਈਲ ਸਬਮਿਟ ਕੀਤੀ ਹੈ, ਕਿਆ ਹੋਣਾ ਚਾਹੀਦਾ? ਮਤਲਬ ਇਹ ਨਹੀਂ ਹੁਣ ਜਿਵੇਂ ਕਹਿ ਰਹੇ ਨੂੰ ਜਸਪ੍ਰੀਤ ਨੂੰ ਪੁੱਛਣਾ ਚਾਹੁੰਦਾ ਵੀ ਸਾਡੇ ਕੋਲ ਜਦੋਂ ਫਾਈਲ ਲੱਗੀ ਸੀ ਉਹਦੇ ਵਿੱਚ ਵੀ ਇਹ ਸਾਰੇ ਡਾਕੂਮੈਂਟ ਲੱਗੇ ਸੀ ਜਾਂ ਨਹੀਂ ਲੱਗੇ ਸੀ? ਜਦੋਂ ਪਾਇਨੀਅਰ ਤੁਸੀਂ ਆਏ ਹੋ ਉਦੋਂ ਕਿਆ ਡਾਕੂਮੈਂਟ ਲੱਗੇ? ਜਦੋਂ ਮੈਂ ਫਿਰ ਸਰ ਕੋਲ ਆਇਆ ਸੀਗਾ, ਉਹਨਾਂ ਨੇ ਫਾਈਲਿੰਗ ਜਿਹੜੇ ਆਪਣੇ ਕੰਸਲਟੈਂਟ ਮੈਮ ਸੀਗੇ ਸਾਡੇ, ਉਹਨਾਂ ਨੇ ਦੱਸਿਆ ਸਾਨੂੰ ਕਿ ਜਿੱਦਾਂ ਕਿ ਸਰ ਦੱਸਦੇ ਨੇ ਕਿ ਜਿਹੜੇ ਕਿ ਡਾਕੂਮੈਂਟਸ ਲੱਗਣੇ ਉਹ ਜ਼ਿਆਦਾ ਨਹੀਂ ਲੱਗਣਗੇ। ਉਹ ਕਹਿੰਦੇ ਕਿ ਤੁਹਾਡੀ GIC ਦੀ ਉਹ ਲੱਗੇਗੀ, ਜਿਹੜਾ ਤੁਸੀਂ ਸਰਟੀਫਿਕੇਟ ਲੱਗੇਗਾ, ਤੇ ਤੁਹਾਡੀ ਫੀਸ ਦੀ ਰਿਸੀਟ ਲੱਗੇਗੀ, ਬਾਕੀ ਜਿਹੜੀ ਇੱਕ ਦੋ ਚੀਜ਼ਾਂ ਹੋਰ ਨੇ ਉਹ ਲੱਗਣਗੀਆਂ। ਤੇ ਨਾ ਮੇਰੇ ਫਾਦਰ ਦੀ ਨਾ ਮਦਰ ਦੀ ITR ਲੱਗੀ, ਨਾ ਕੋਈ ਸਟੇਟਮੈਂਟ ਲੱਗੀ, ਨਾ ਕੋਈ CA ਰਿਪੋਰਟ, ਨਾ ਕੋਈ GPF, ਕੁਝ ਵੀ ਨਹੀਂ ਲੱਗਿਆਗਾ, ਨਾ ਹੀ ਪ੍ਰਾਪਰਟੀ ਦੇ, ਕੁਝ ਵੀ ਪ੍ਰਾਪਰਟੀ ਦਾ ਕੁਝ ਨਹੀਂ ਲੱਗਾ। ਗਿਣਤੀ ਦੇ 4 ਤੋਂ 5 ਡਾਕੂਮੈਂਟਸ ਮੈਨੂੰ ਲੱਗਦਾ ਨਾ ਹੀ ਐਫੀਡੇਵਿਟ, ਕੁਝ ਵੀ ਨਹੀਂ।
4 ਤੋਂ 5 ਡਾਕੂਮੈਂਟ ਮਸਾਂ ਹੀ ਸੀਗੇ ਤੇ ਵੀਜ਼ਾ ਵੀ 20 ਦਿਨ ਚ ਆ ਗਿਆ। ਦੇਖੋ ਅਗਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਸਹੀ ਕਿਸੇ ਵੀ ਕੰਸਲਟੈਂਟ ਕੋਲ ਅਪਲਾਈ ਕਰੋਗੇ ਨਾ ਤਾਂ ਉਹ ਫਾਈਲ ਦਾ ਢੇਰ ਨਹੀਂ ਬਣਾਏਗਾ, ਸਿਰਫ ਉਨੇ ਹੀ ਡਾਕੂਮੈਂਟ ਤੁਹਾਡੇ ਤੋਂ ਮੰਗੇਗਾ, ਉਨੇ ਹੀ ਡਾਕੂਮੈਂਟ ਲਗਾਏਗਾ ਜਿਹੜੇ ਕਿ ਜ਼ਰੂਰੀ ਨੇ, ਜਿਹੜੀ ਐਮਬੈਸੀ ਮੰਗਦੀ ਹੈ, ਜਿਹੜਾ ਕਾਲਜ ਮੰਗਦਾ ਹੈ, ਉਹੀ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਤੋਂ ਮੰਗੀਆਂ ਜਾਣਗੀਆਂ ਤਾਂ ਹੀ ਉਸ ਤੋਂ ਬਾਅਦ ਜਿਹੜਾ ਵੀਜ਼ਾ ਆਉਂਦਾ। ਅਗਰ ਤੁਸੀਂ ਜਿਵੇਂ ਕਿ ਜਸਪ੍ਰੀਤ ਨੇ ਕਿਹਾ ਵੀ ਹੈ ਕਿ ਹੋ ਸਕਦਾ ਕਿ ਉਸ ਬੰਦੇ ਨੇ ਜਿਹਨੇ ਆ ਫਾਈਲ ਅਪਲਾਈ ਕੀਤੀ ਸੀ ਉਹਨੇ ਪਤਾ ਨਹੀਂ ਕਿਆ ਉਹਦੇ ਵਿੱਚ ਲਗਾਤਾ, ਉਹ ਫਾਈਲ ਜਿਹੜਾ ਦੇ ਸਾਹਮਣੇ ਬੈਠਾ ਹੈ ਐਮਬੈਸੀ ਆਫੀਸਰ, ਉਹਨੂੰ ਲੱਗਿਆ ਕਿ ਯਾਰ ਇਹਦੇ 'ਚ ਤਾਂ ਮਤਲਬ ਦੀਆਂ ਚੀਜ਼ਾਂ ਹੀ ਹੈ ਨਹੀਂ, ਜਿਹੜੀਆਂ ਮੰਗੀਆਂ ਹੋ ਸਕਦਾ ਉਹ ਲਗਾਈਆਂ ਨਾ ਹੋਣ, ਇਸ ਕਰਕੇ ਵੀ ਰਿਫਿਊਜ਼ ਹੋ ਸਕਦਾ ਹੈ। ਡਾਕਟਰ ਰਵੀ ਗਰਗ, ਵੈਸੇ ਤੁਹਾਡੇ ਕੋਲ ਤਾਂ ਇਹੋ ਜਿਹੇ ਬਹੁਤ ਸਾਰੇ ਕੇਸ ਆਉਂਦੇ ਹੋਣੇ। ਬਿਲਕੁਲ, ਕਾਫੀ ਜ਼ਿਆਦਾ ਹੁੰਦੇ ਆ, ਤਾਂ ਹੀ ਮੈਂ ਇੱਕ ਜਿਹੜਾ ਫੇਸਬੁੱਕ ਤੇ ਕੁਝ 4-5 ਬੱਚੇ ਜਿਹੜੇ ਕਦੇ ਆਫਿਸ ਦੇ ਵਿੱਚ ਜਦੋਂ ਮੈਂ ਵੀਜ਼ਾ ਦੇਣ ਲੱਗੇ ਮਿਲਦਾ, ਅਦਰਵਾਈਜ਼ ਤਾਂ ਰੂਟੀਨ ਦੇ ਵਿੱਚ ਸਾਡੇ ਜਿਹੜੇ ਸਟਾਫ ਮੈਂਬਰਸ ਨੇ ਉਹੀ ਬੱਚਿਆਂ ਨੂੰ ਜਿਹੜੀ ਕਨਵੀਨੀਅੰਸ ਦੇ ਹਿਸਾਬ ਨਾਲ ਆਉਂਦੇ ਨੇ, ਔਰ ਆਫਿਸ ਦੇ ਵਿੱਚ ਜਦੋਂ ਜੇ ਮੈਂ ਨਾ ਹੋਵਾਂ ਤੇ ਫਿਰ ਉਹ ਕਿਉਂਕਿ ਬੈਕਐਂਡ ਦੇ ਬਹੁਤ ਸਾਰੇ ਫਾਈਲਾਂ ਨੂੰ ਜਿਸ ਤਰ੍ਹਾਂ ਮੈਂ ਕਹਿੰਦਾ ਉਹਨਾਂ ਸਾਰੀਆਂ ਕੇਸਿਸ ਦੇ ਉੱਪਰ ਆਪ ਧਿਆਨ ਦੇਣਾ, ਕਿਹੜੇ ਕਾਲਜ ਵਿੱਚ ਕਿਹੜਾ ਕੋਰਸ ਦਿੱਤਾ ਗਿਆ, ਪ੍ਰੀਵੀਅਸ ਐਜੂਕੇਸ਼ਨ ਜਿਹੜਾ ਪ੍ਰੋਫਾਈਲ ਕੀ ਹੈਗੀ ਹੈ, ਫਿਰ ਉਹ ਸਹੀ ਕੋਰਸ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ, ਇਹ ਸਾਰੀ ਜਿਹੜੀ ਸੌਫਟਵੇਅਰ ਦੇ ਉੱਪਰ ਔਰ ਸਾਰਾ ਬੈਕਐਂਡ ਦੇ ਉੱਪਰ ਬੈਠ ਕੇ ਚੈੱਕ ਕਰਨਾ, ਔਰ ਉਸ ਤੋਂ ਬਾਅਦ ਫਿਰ ਜਿਹੜੀ ਫਾਈਲਿੰਗ ਦੇ ਵਿੱਚ ਸਾਰੇ ਪ੍ਰੋਪਰਲੀ ਸਟੈਪਸ ਹੋਣਾ, ਔਰ ਉਸ ਤੋਂ ਬਾਅਦ ਫਾਈਲ ਨੂੰ ਪ੍ਰੋਪਰਲੀ ਚੈੱਕ ਕਰਕੇ ਤਸੱਲੀ ਕਰਕੇ ਫਾਈਲ ਨੂੰ ਸਬਮਿਟ ਕਰਨਾ, ਇਹ ਟਾਈਮ ਲੈਂਦਾ ਹੈ। ਬੈਕਐਂਡ ਤੇ ਬੈਠ ਕੇ ਕਾਫੀ ਮੈਨੂੰ ਕੰਮ ਕਰਨਾ ਪੈਂਦਾ। ਸੋ ਜਦੋਂ ਮੈਂ ਉੱਥੇ ਹੋਵਾਂ ਤੇ ਕੁਝ ਬੱਚਿਆਂ ਨੂੰ ਵੀਜ਼ਾ ਦੇਵਾਂ ਤੇ ਮੈਂ ਉਹਦੇ ਤੇ ਫੇਸਬੁੱਕ ਤੇ ਇੱਕ ਗੱਲ ਲਿਖੀ ਸੀਗੀ ਕਿ ਸਾਡੇ ਵਾਸਤੇ ਤਾਂ ਇਹ ਰੂਟੀਨ ਹੈ ਵੀਜ਼ਾ ਦੇਣੇ, ਲੇਕਿਨ ਅਗਲੇ ਦੇ ਵਾਸਤੇ ਜਿਹਨੂੰ ਅਸੀਂ ਵੀਜ਼ਾ ਦੇ ਰਹੇ ਹਾਂ ਉਹਦੇ ਵਾਸਤੇ ਜ਼ਿੰਦਗੀ ਬਦਲਣ ਵਾਲੀ ਗੱਲ ਹੈਗੀ ਹੈ, ਬਹੁਤ ਸਾਰਾ ਸੁਪਨੇ ਸਾਕਾਰ ਕਰਨ ਵਾਲੀ ਗੱਲ ਹੈਗੀ ਹੈ। ਲੇਕਿਨ ਇਹ ਜਿੰਨੀਆਂ ਵੀ ਗੱਲਾਂ ਨੇ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੱਚੀਆਂ ਨੇ, ਸਹੀ ਨੇ, ਔਰ ਮੈਂ ਕਦੇ ਵੀ ਝੂਠ ਜਾਂ ਗਲਤ ਜਾਂ ਬਿਜ਼ਨਸ ਪ੍ਰਮੋਸ਼ਨ ਜਾਂ ਇਸ ਤਰ੍ਹਾਂ ਦੀ ਕੋਈ ਲੋੜ ਹੀ ਨਹੀਂ ਹੈ, ਬਿਲਕੁਲ ਹੀ ਸਹੀ ਸਿੱਧਾ ਸਾਰੀ ਗੱਲ ਹੁੰਦੀ। ਇਸ ਸ਼ੋਅ ਦੇ ਵਿੱਚ ਇੰਨਾ ਹੀ, ਸਾਨੂੰ ਦਿਓ ਇਜਾਜ਼ਤ, ਧੰਨਵਾਦ।